ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਰਬਚਨ ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ ਸਾਡੀ ਅੱਜ ਦੀ ਜਮਾਤ ਵਿੱਚ। ਅੱਜ ਦਾ ਸਾਡਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਗਲਾ ਸ਼ਬਦ ਗਗਨ ਮੈਂ ਥਾਲ। ਅੱਜ ਅਸੀਂ ਇਸ ਸ਼ਬਦ ਦਾ ਉਚਾਰਨ ਕਰਾਂਗੇ ਔਰ ਇਸ ਦੀ ਵਿਆਖਿਆ ਕਰਾਂਗੇ। ਪਿਆਰੇ ਵਿਦਿਆਰਥੀਓ, ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਗੁਰਬਾਣੀ ਦੀਆਂ ਤੁਕਾਂ ਦਾ ਉਚਾਰਨ ਕਰਨ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਮੈਂ ਨਸੀਹਤ ਦੇਵਾਂਗਾ ਕਿ ਉਹ ਮੇਰੇ ਨਾਲ ਇਹਨਾਂ ਸਤਰਾਂ ਦਾ ਉਚਾਰਨ ਕਰ ਸਕਦੇ ਹਨ, ਮੇਰਾ ਅਨੁਸਰਨ ਕਰਕੇ। ਸੋ ਮੈਂ ਸ਼ੁਰੂ ਕਰਨ ਜਾ ਰਿਹਾ ਇਸ ਕਵਿਤਾ ਦਾ ਉਚਾਰਨ। ਗगन में थाल रवचंद दीपक बने, तारिका मंडल जनक मोती, धूप मन आन लो पवन चवरो करे, सगल बनराए फुलंत ज्योति। कैसी आरती होए भवखंडना तेरी आरती, अनहता शब्द बजंत भेरी रहाओ। सहस तव नैन नन नैन है तोहि को, सहस मूरत नना एक तोहि। सहस पद बिमल नन एक पद, गंध बिन सहस तब गंध इव चलत मोही। सब मह जोत जोत है सोई, तिसकै चानन सब में चानन होए। गुर साखी जोत प्रगट होए, जो तिस भावै सो आरती होए। हर चरण कमल मुकरंद लोभत, मन अन दिनों मोहे आही प्यासा। मनो अन दिनों मोहे आही प्यासा, कृपा जल दे नानक सारंग को, होए जाके जाते तेरे नाम वासा। ਪਿਆਰੇ ਵਿਦਿਆਰਥੀਓ, ਇਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਪਰਮਾਤਮਾ ਦੀ ਆਰਾਧਨਾ ਕਰ ਰਹੀ ਪੂਰੀ ਪ੍ਰਕਿਰਤੀ ਦਾ ਵਰਣਨ ਕੀਤਾ ਹੈ, ਜੋ ਅਦ੍ਰਿਸ਼ ਰੂਪ ਦੇ ਵਿੱਚ ਪਰਮਾਤਮਾ ਦੀ ਪੂਜਾ ਕਰ ਰਹੀ ਹੈ। ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮੰਦਰਾਂ ਦੇ ਵਿੱਚ ਥਾਲੀ ਦੇ ਵਿੱਚ ਦੀਪਕ ਜਗਾ ਕੇ ਪਰਮਾਤਮਾ ਦੀ ਆਰਤੀ ਗਾਈ ਜਾਂਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਉਸ ਆਰਤੀ ਦੇ ਬਜਾਏ ਪੂਰੀ ਪ੍ਰਕਿਰਤੀ ਪਰਮਾਤਮਾ ਦੀ ਆਰਤੀ ਵਿੱਚ ਰੁੱਝੀ ਹੋਈ ਹੈ। ਪੂਰੀ ਪ੍ਰਕਿਰਤੀ ਪਰਮਾਤਮਾ ਦਾ ਗੁਣਗਾਨ ਕਰ ਰਹੀ ਹੈ। ਉਹ ਗੁਣਗਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਪਰੋਇਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦੇ ਵਿੱਚ ਕੁਝ ਔਖੇ ਸ਼ਬਦ ਨੇ, ਜਿਸ ਤਰ੍ਹਾਂ ਹੈ ਗਗਨ, ਅਸਮਾਨ ਨੂੰ ਕਿਹਾ ਜਾਂਦਾ ਹੈ। ਮੈਂ ਦਾ ਰੂਪ ਹੈ, ਮੈਂ ਮਤਲਬ ਹੈ ਰੂਪੀ। ਰਵ ਦਾ ਅਰਥ ਹੈ ਸੂਰਜ। ਜਨਕ ਮੰਨੋ ਜਾਂ ਮਾਨੋ, ਸਮਝੋ। ਧੂਪ ਮਨ ਅਨਲੋ ਦਾ ਭਾਵ ਹਿਮਾਲਿਆ ਪਹਾੜ ਵੱਲੋਂ ਆਉਣ ਵਾਲੀ ਹਵਾ, ਹਿਮਾਲਿਆ ਪਰਬਤ ਵੱਲੋਂ ਆਉਣ ਵਾਲੀ ਸੁਗੰਧਤ ਹਵਾ। ਬਨਰਾਏ ਦਾ ਅਰਥ ਹੈ ਬਨਸਪਤੀ। ਫੁੱਲੰਤ ਦਾ ਭਾਵ ਹੈ ਫੁੱਲ ਦੇ ਰਹੀ ਹੈ। ਜੋਤੀ ਦਾ ਭਾਵ ਹੈ ਜੋਤ ਰੂਪ ਪ੍ਰਭੂ। ਭਵਖੰਡਣਾ ਤੋਂ ਭਾਵ ਹੈ ਜਨਮ ਮਰਨ ਕੱਟਣ ਵਾਲੇ ਪਰਮਾਤਮਾ, ਦੁੱਖ ਕਲੇਸ਼ ਕਸ਼ਟ ਕੱਟਣ ਵਾਲੇ ਪਰਮਾਤਮਾ। ਅਨਹਤਾ ਤੋਂ ਭਾਵ ਹੈ ਬਿਨਾਂ ਵਜਾਏ। ਸ਼ਬਦ ਦਾ ਭਾਵ ਹੈ ਆਵਾਜ਼। ਭੇਰੀ ਦਾ ਅਰਥ ਹੈ ਨਗਾਰਾ। ਸਹਸ ਦਾ ਭਾਵ ਹਜ਼ਾਰਾਂ। ਤਬ ਤੋਂ ਭਾਵ ਹੈ ਤੇਰੇ। ਨਨ ਕੋਈ ਨਹੀਂ। ਤੋਹੇ ਕੋ ਤੇਰੇ ਵਾਸਤੇ। ਮੂਰਤ ਦਾ ਅਰਥ ਹੈ ਸ਼ਕਲ, ਸੂਰਤ। ਨਨਾ ਦਾ ਅਰਥ ਹੈ ਕੋਈ ਨਹੀਂ। ਤੇਹੀ ਤੋਂ ਭਾਵ ਹੈ ਤੇਰੀ। ਪਦ ਦਾ ਅਰਥ ਹੈ ਪੈਰ। ਬਿਮਲ ਸਾਫ। ਗੰਧ ਦਾ ਅਰਥ ਹੈ ਨਖ। ਇਵ ਦਾ ਅਰਥ ਹੈ ਇਸ ਤਰ੍ਹਾਂ। ਚਲਤ ਦਾ ਅਰਥ ਹੈ ਕੌਤਕ, ਅਸਚਰਜ, ਖੇਡ ਜੋ ਸਾਨੂੰ ਹੈਰਾਨ ਕਰਦੀ ਹੈ। ਜੋਤ ਪ੍ਰਕਾਸ਼। ਸੋਈ ਉਹ ਪ੍ਰਭੂ ਪਰਮਾਤਮਾ। ਸਾਖੀ ਸਿੱਖਿਆ। ਮਕਰੰਦ ਫੁੱਲਾਂ ਦਾ ਰਸ। ਮਨੋ ਮਨ। ਅਨਦਿਨੋਂ ਹਰ ਰੋਜ਼। ਮੋਹੇ ਮੈਨੂੰ। ਆਹੀ ਹੈ ਸਾਰੰਗ ਪਪੀਹਾ। ਜਾਤੇ ਜਿਸ ਨਾਲ। ਤੇਰੇ ਨਾਮ ਵਿੱਚ ਆਦਿ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਸ ਸ਼ਬਦ ਦਾ ਸਤਰ ਦਰ ਸਤਰ
ਵਿਆਖਿਆਨ ਕਰਾਂਗੀ। ਦੁਬਾਰਾ ਮੈਂ ਫਿਰ ਸਤਰ ਦਾ ਉਚਾਰਨ ਕਰਕੇ ਉਸ ਦੀ ਦੁਹਰਾਈ ਕਰਾਂਗਾ। ਗगन में थाल रावचंद दीपक बने तारका मंडल जनक मोती। श्री गुरु नानक देव जी आखते हैं कि पूरा आसमान थाली की तरह है, थाल की तरह है। सूरज अते चंद्रमा इस थाली विच रखे हुए वो दो दीपक हैं, ते पूरा तारा मंडल इस थाल विच रखे हुए मोतियां के समान है। धूप मन आन लो पवन चवरो करे, सगल बन राय फुलंत ज्योति। गुरु जी आखते हैं कि हिमालय पर्वत वालों आने वाली हवा चवर कर रही है ते सारी बनस्पति फुल अर्पित कर रही है परमात्मा नूं। कैसी आरती होए पव खंडना तेरी आरती। गुरु जी आखते हैं कि हे परमात्मा, मैं हैरान हाँ कि हे परमात्मा, जन्म मरण कट्टण वाले परमात्मा, दुख कलेश कट्टण वाले परमात्मा, ये तेरी किहो जिही आरती हो रही है। अनहता शब्द बजंत भेरी, जिस दे विच बिना बजाए नगारे बज रहे हैं। अजिहा संगीत उत्पन्न हो रहा है जो दिखाई नहीं दिंदा, सुनाई दिंदा है। रहाओ, रहाओ का अर्थ है ठहराओ, रुक जाना। सहस तब नैन नन नैन है तो ही कौ, सहस मूरत नना एक तो ही। गुरु जी आखते हैं कि हे परमात्मा, ਉਂਝ ਤਾਂ तेरे हज़ारां ही नैन ने, पर सानू वेखण लई तेरा कोई भी नैन दिखाई नहीं दिंदा। सहस मूरत नना एक तो ही, हज़ारां ही तेरियां मूरतां हन, हज़ारां ही तेरियां शक्लां हन। ठीक है, हर एक इंसान दे अंदर तेरा वासा है, पर सानू तू दिखाई नहीं दिंदा है। सहस पद बिमल नना एक पद, तेरे हज़ारां ही पैर ने, सुंदर पैर ने, निर्मल पैर ने, सोहने पैर ने, पर सानू तेरा कोई भी पैर दिखाई नहीं दिंदा। गंध बिन सहस तब गंध इव चलत मोही, ते हज़ारां ही तेरे नक ने, पर तेरा नक भी कोई भी जिहड़ा है सानू वो दिखाई नहीं दिंदा। ये कौतक देख के मैं बहुत हैरान हो रहा। ये कौतक मैनू हैरान कर रहे हैं, आश्चर्यित कर रहे हैं। सब में जोत जोत है सोई, सारिਆਂ ਦੇ ਵਿੱਚ ਇੱਕੋ ਜੋਤ ਵਰਤ ਰਹੀ ਹੈ। ਸਾਰਿਆਂ ਦੇ ਅੰਦਰ ਇੱਕੋ ਹੀ ਜੋਤ ਹੈ, ਪਰਮਾਤਮਾ ਦੀ ਜੋਤ ਹੈ। ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਉਸੇ ਜੋਤ ਦਾ ਹੀ ਸਾਰਿਆਂ ਦੇ ਅੰਦਰ ਚਾਨਣ ਹੈ। ਉਹੀ ਜੋਤ ਸਭ ਦੇ ਅੰਦਰ ਸੂਝ-ਬੂਝ ਪੈਦਾ ਕਰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੇ ਨਾਲ ਹੀ ਉਹ ਜੋਤ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ। ਗੁਰੂ ਦੀ ਰਜ਼ਾ ਵਿੱਚ ਰਹਿ ਕੇ ਹੀ, ਗੁਰੂ ਦੀ ਇੱਛਾ ਅਨੁਸਾਰ ਹੀ ਉਹ ਜਿਹੜੀ ਜੋਤੀ ਹੈ ਇਨਸਾਨ ਦੇ ਅੰਦਰ ਪੈਦਾ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਜੋ ਤਿਸ ਭਾਵੈ ਸੋ ਆਰਤੀ ਹੋਏ। हे परमात्मा, जिस तरह तू चाहता है उसी तरह ही तेरी प्रकृति आरती कर रही है, तेरी पूजा कर रही है। हर चरण कमल मकरंद लोभत, मनो अन दिनों मोहे आहे प्यासा। गुरु जी आखते हैं कि हे परमात्मा, मेरा मन तेरे सोहने चरणों के विच रहन लई लोभदा है। मन करता है कि मैं तेरे चरणों के विच ही रहां, ते मैनू तेरे दर्शनां दा ही दी प्यास लगी हुई है। कृपा जल दे नानक सारंग को, होए जाते तेरे नाम वासा। गुरु जी आखते हैं कि हे परमात्मा, मैं उस सारंग की तरह हाँ जो बारिश का पानी ही पींदा है, जो बारिश दी बूंदा ही पींदा है, जो पानी नहीं पींदा। मैं उस सारंग की तरह हाँ, उस पपीहे की तरह हाँ जिसनों तेरे नाम दी ही ते है, तेरे दर्शनां दी ही ते है। हे परमात्मा, मैं तेरे अगे दुआ करदा हाँ, मैं तेरे अगे अरदास करदा हाँ कि तू अपनी किरपा दा जल मैनू पपीहे नूं दे, ताकि मेरे अंदर तेरे नाम का वासा हो जाए। प्यारे विद्यार्थियों, इस शब्द का केंद्री भाव यह है कि पूरी प्रकृति परमात्मा की आराधना दे विच, परमात्मा की पूजा दे विच, परमात्मा की आरती करन दे विच लगी हुई है। जो आरती असीं करते हाँ वो एक बनावटी आरती है, बनावटी आरती है, दिखावे वजों आरती है। असल आरती तो पूरी प्रकृति परमात्मा की कर रही है, जो सानू
ਮਹਿਸੂਸ ਕਰਨ 'ਤੇ ਹੀ ਪਤਾ ਲੱਗਦੀ ਹੈ। ਗੁਰੂ ਜੀ ਆਖਦੇ ਹਨ ਕਿ ਜੋ ਕੁਝ ਵੀ ਇਹ ਹੋ ਰਿਹਾ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੀ ਹੋ ਰਿਹਾ, ਪਰਮਾਤਮਾ ਦੀ ਇੱਛਾ ਦੇ ਅਨੁਸਾਰ ਹੀ ਹੋ ਰਿਹਾ। ਜਿੱਦਾਂ ਪਰਮਾਤਮਾ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਪਰਮਾਤਮਾ ਕਰ ਰਿਹਾ। ਗੁਰੂ ਜੀ ਆਖਦੇ ਹਨ ਕਿ ਪਰਮਾਤਮਾ ਦੀਆਂ ਬਹੁਤ ਸਾਰੀਆਂ ਅੱਖਾਂ ਨੇ, ਪਰ ਸਾਨੂੰ ਦੇਖਣ ਨੂੰ ਅੱਖ ਕੋਈ ਨਹੀਂ ਦਿਖਦੀ ਹੈ। ਠੀਕ ਹੈ, ਪਰਮਾਤਮਾ ਦੇ ਬਹੁਤ ਸਾਰੇ ਪੈਰ ਹਨ, ਪਰ ਸਾਨੂੰ ਕੋਈ ਉਸ ਦਾ ਪੈਰ ਵੀ ਦਿਖਾਈ ਨਹੀਂ ਦਿੰਦਾ। ਬਹੁਤ ਸਾਰੀਆਂ ਉਸ ਦੀਆਂ ਮੂਰਤਾਂ ਹਨ, ਪਰ ਸਾਨੂੰ ਉਸ ਦੀ ਕੋਈ ਮੂਰਤ ਨਹੀਂ ਦਿਖਾਈ ਦਿੰਦੀ ਹੈ। ਉਸ ਦੇ ਬਹੁਤ ਸਾਰੇ ਨੱਕ ਹਨ, ਪਰ ਸਾਨੂੰ ਕੋਈ ਉਸ ਦਾ ਨੱਕ ਵੀ ਦਿਖਾਈ ਨਹੀਂ ਦਿੰਦਾ ਹੈ। ਪਰਮਾਤਮਾ ਦੀ ਜੋਤ ਹਰ ਇੱਕ ਇਨਸਾਨ ਦੇ ਅੰਦਰ ਵਸੀ ਹੋਈ ਹੈ, ਅਤੇ ਉਸੇ ਜੋਤ ਦੇ ਨਾਲ ਹੀ ਇਨਸਾਨ ਨੂੰ ਸੂਝ-ਬੂਝ ਮਿਲਦੀ ਹੈ, ਸੂਝ-ਬੂਝ ਦਾ ਜਿਹੜਾ ਗਿਆਤ ਹੁੰਦਾ ਹੈ। ਇਹ ਸਭ ਕੁਛ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਜੇ ਪਰਮਾਤਮਾ ਦੀ ਇੱਛਾ ਅਨੁਸਾਰ, ਜੋ ਪਰਮਾਤਮਾ ਦੀ ਇੱਛਾ ਅਨੁਸਾਰ ਹੀ ਹੋ ਰਿਹਾ ਹੈ। ਗੁਰੂ ਜੀ ਆਖਦੇ ਹਨ ਕਿ ਮੈਂ ਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੈਠਾ ਇੱਕ ਪਿਆਸਾ ਪਪੀਹਾ ਹਾਂ, ਜਿਸ ਨੂੰ ਉਸ ਦੀ ਦਰਸ਼ਨਾਂ ਦੀ ਅਭਿਲਾਸ਼ਾ ਹੈ, ਅਤੇ ਪਰਮਾਤਮਾ ਦੇ ਅੱਗੇ ਦੁਆ ਕਰਦਾ ਹਾਂ ਕਿ ਮੈਨੂੰ ਉਹ ਜੋ ਜਲ ਹੈ ਉਹ ਮਿਲੇ। ਧੰਨਵਾਦ।